ਬਿਸਮਿਲ੍ਲਾਹਿਰਰਹਿਮਾनिर्रहीम अस्सलाम वालेकुम नाइन ब्रदर्स टीवी मुबारक जी ਤੁਹਾਡੀ ਖidmat 'ਚ ਹਾਜ਼ਰ ਨਾਜ਼ਰੀਨ। ਸਾਡਾ ਚੈਨਲ ਨਾइन ब्रदर्स टीवी ਸਬਸਕ੍ਰਾਈਬ ਕਰੋ ਤਾਂ ਕਿ ਆਉਣ ਵਾਲੇ ਪ੍ਰੋਗਰਾਮ ਮਿਲਦੇ ਰਹਿਣ। ਬੜੇ ਹੀ ਪਿਆਰੇ ਦੋਸਤ ਮਲਕ ਮੁਹੰਮਦ ਤਫੈਲ ਸਾਹਿਬ ਅੱਜ ਸਾਡੇ ਨਾਲ ਮੌਜੂਦ ਨੇ। ਨਾਜ਼ਰੀਨ ਇਹਨਾਂ ਨੂੰ ਕੱਲ੍ਹ ਕਾਲ ਕੀਤੀ ਸੀ ਔਰ ਮਾਸ਼ਾਅੱਲਾ ਅੱਜ ਇਹਨਾਂ ਨਾਲ ਰਾਬਤਾ ਵੀ ਹੋ ਗਿਆ ਔਰ ਦੁਬਾਰਾ ਪ੍ਰੋਗਰਾਮ ਜਿਹੜਾ ਉਹ ਵੀ ਅਸੀਂ ਤੁਹਾਡੇ ਸਾਹਮਣੇ ਪੇਸ਼ ਕਰ ਰਹੇ ਹਾਂ ਔਰ ਇਹ ਵੀ 78 'ਚ ਅਹਿਮਦੀ ਹੋਏ ਸੀ। ਮਕਸਦ ਇਹ ਹੁੰਦਾ ਨਾਜ਼ਰੀਨ ਕਿ ਲੋਕ ਜਿਹੜੇ ਅਹਿਮਦੀ 'ਚ ਦਾਖਲ ਹੋ ਰਹੇ ਨੇ ਕੋਈ ਤਾਂ ਵਜ੍ਹਾ ਹੈ, ਤਾਂ ਮੈਂ ਕਿਹਾ ਇਸੇ ਸਿਲਸਿਲੇ 'ਚ ਇਹਨਾਂ ਨੂੰ ਵੀ ਪੁੱਛਣੀ ਆ। ਜੀ ਅਸਲਾਮ ਵਾਲੇਕੁਮ ਜੀ। ਵਾਲੇਕੁਮ ਸਲਾਮ। ਹਾਂਜੀ, ਮੈਂ ਕਿਹਾ ਬਹੁਤ ਸ਼ੁਕਰੀਆ ਤੁਸੀਂ ਸਾਡੇ ਟਾਈਮ ਦਿੱਤਾ ਨਾइन ब्रदर्स टीवी ਨੂੰ। ਅਤੇ ਪਾਕਿਸਤਾਨ ਇਸਲਾਮਾਬਾਦ FIA 'ਚ 10 ਸਾਲ ਸਰਵਿਸ ਇਹਨਾਂ ਨੇ ਕੀਤੀ। ਮੈਂ ਕਿਹਾ ਮੈਂ ਵੀ ਥੋੜ੍ਹਾ ਬਹੁਤਾ ਦੱਸਦਾ ਜਾਵਾਂ ਤੁਹਾਨੂੰ। ਅਤੇ ਜਰਮਨੀ ਕਿਦੋਂ ਤੋਂ ਸਰ? ਜਰਮਨੀ 91 ਚ ਹੈ। ਅੱਛਾ 91 ਚ ਆਏ ਸੀ। ਤੇ ਵੈਸੇ ਕਿੱਥੋਂ ਤਲਕ ਹੈ, ਕਿਉਂਕਿ ਸਾਡੇ ਨਾਜ਼ਰੀਨ ਇਹ ਵੀ ਪੁੱਛਦੇ ਰਹਿੰਦੇ ਨੇ। ਕੋਟੋਮਨ ਤੋਂ ਤਲਕ ਹੈ, ਸਰਗੋਦਾ ਕੋਟੋਮਨ। ਅੱਛਾ। ਮੇਰਾ ਤਲਕ ਇੱਕ ਗੋ ਕੇ ਗਰੀਬ ਘਰਾਣਾ ਤਲਕ ਸੀ, ਲੇਕਿਨ ਜਮਾਤੀ ਮਜ਼ਹਬੀ ਘਰਾਣਾ ਸੀ। ਔਰ 1974 ਚ ਜਦੋਂ ਮੁਖਾਲਫਤ ਸ਼ੁਰੂ ਹੋਈ ਜਮਾਤ ਦੀ, ਮੈਂ ਉਹਦੇ ਚ ਅੱਗੇ ਸਾਂ। ਪੱਥਰ ਮਾਰਨ ਚ ਘਰਾਂ ਚ ਔਰ ਇੱਥੇ ਮੌਜੂਦ ਨਾ ਦੋਸਤ ਜਿਨ੍ਹਾਂ ਦੇ ਘਰ ਪੱਥਰ ਅਸੀਂ ਮਾਰਦੇ ਸਾਂ। ਅੱਛਾ। ਔਰ ਫਿਰ ਇੱਕ ਦਿਨ ਮਸਜਿਦ ਅਹਿਮਦੀਆ 'ਚ ਅਸੀਂ ਇਸੇ ਨੀਅਤ ਨਾਲ ਗਏ ਕਿ ਉਹ ਉੱਥੋਂ ਮਸਜਿਦ ਨੂੰ ਅੱਗ ਲਾਵਾਂਗੇ ਜੀ। ਔਰ ਉਹ ਮਸਜਿਦ ਦੀ ਸਫਾਂ ਬਾਹਰ ਕੱਢੀਆਂ, ਪੱਖੇ ਉਤਾਰ ਕੇ ਸੁੱਟੇ, ਔਰ ਕਿਤਾਬਾਂ ਜਿਹੜੀਆਂ ਸਨ ਅੰਦਰ ਪਈਆਂ ਅਲਮਾਰੀਆਂ 'ਚੋਂ ਸੁੱਟੀਆਂ ਔਰ ਉਹਨਾਂ ਨੂੰ ਅੱਗ ਲਾਈ। ਅੱਛਾ। ਉਸੇ ਦੌਰਾਨ ਮੈਨੂੰ ਇੱਕ ਕਿਤਾਬ ਨਜ਼ਰ ਆਈ ਜਿਸ 'ਤੇ ਲਿਖਿਆ ਸੀ ਸੀਰਤ ਖਾਤਮੁਲ ਅੰਬੀਆ। ਜੀ ਜੀ। ਔਰ ਮੈਂ ਦੇਖਿਆ ਤੇ ਮੈਨੂੰ ਕਲਿੱਕ ਹੋਇਆ ਕਿ ਇਹ ਤੇ ਸਾਡੇ ਪੈਗੰਬਰ ਨੇ ਔਰ ਖਾਤਮ ਲਫ਼ਜ਼ ਇੱਕ ਸੁਣ ਕੇ ਸਾਨੂੰ ਹੁੰਦਾ ਕਿ ਆਖਰੀ ਨਬੀ। ਜੀ ਜੀ। ਤੇ ਇਹਨਾਂ ਦੇ ਕਿੱਥੋਂ ਆ ਗਈ, ਅਹਿਮਦੀਆ ਕੋਲ ਕਿੱਥੋਂ ਆ ਗਈ ਇਹ ਕਿਤਾਬ? ਜੀ ਜੀ। ਉਹ ਮੈਂ ਲਿਆਈ, ਬਰਕਰਦਾਨੀ ਕੀਤੀ। ਉਹਦੇ 'ਚ ਸੈਯਦਨਾ ਹਜ਼ਰਤ ਮੁਹੰਮਦ ਸੱਲੱਲਾਹੁ अलैहि वसल्लम ਬਹੁਤ ਪਿਆਰੇ ਅੰਦਾਜ਼ 'ਚ ਔਰ ਇਤਨੀ ਤਾਰੀਫ ਮੈਂ ਨਹੀਂ ਪਹਿਲੇ ਕਦੀ ਪੜ੍ਹੀ ਸੀ ਕਿਸੇ ਸਾਡੇ ਮੌਲਵੀ ਕੋਲੋਂ ਜਿਤਨੀ ਉਹਦੇ ਲਿਖੀ ਸੀ। ਔਰ ਉਹ ਮੈਂ ਪੜ੍ਹਦਾ ਰਿਹਾ, ਮੇਰੀ ਉਸ ਦੌਰਾਨ ਹੀ ਮੇਰੀ ਕਾਇਆ ਪਲਟ ਗਈ। ਜੀ ਜੀ। ਔਰ ਮੈਂ ਬਿਲਕੁਲ ਹੀ ਇਸ ਸੋਚਣਾ ਸ਼ੁਰੂ ਕੀਤਾ। ਤੇ ਫਿਰ ਇੱਕ ਦਿਨ ਰਾਤ ਨੂੰ ख्वाब 'ਚ ਸੈਯਦਨਾ ਹਸਨ ਸਾਲਿਸ ਤਸ਼ਰੀਫ ਲੈ ਆਏ। ਮਾਸ਼ਾਅੱਲਾ। ਤੇ ਹਜ਼ੂਰ ਫਰਮਾਉਂਦੇ ਨੇ ਕਿ ਤੁਮ ਭਟਕੇ ਹੋਏ ਹੋ। ਅੱਛਾ। ਕਿਉਂਕਿ ਸਾਡੇ ਘਰਾਨਾ ਪੀਰ ਘਰਾਨਾ ਪੀਰ ਪ੍ਰਸਤ ਸਾਡੇ ਲੋਕ, ਮੇਰੇ ਅੱਬਾ ਜੀ। ਔਰ ਅਸੀਂ ਜਦੋਂ ख्वाब ਮੈਂ ਅੰਮੀ ਨੂੰ ਸੁਣਾਈ, ਅੱਬਾ ਜੀ ਨੂੰ ਸੁਣਾਈ, ਤੇ ਉਹ ਕਹਿੰਦੇ ਨੇ ਕਿ ਇਹ ਸਾਡੇ ਬਜ਼ੁਰਗ ਨੇ ਪੀਰ ਸਾਹਿਬ, ਉਹ ਤੈਨੂੰ ਸਮਝਾਉਣਾ ਚਾਹੁੰਦੇ ਨੇ ਕਿ ਤੂੰ ਜਿਹੜੇ ਕੋਈ ਪੁੱਠੇ ਕੰਮ ਕਰਨਾ ਛੱਡ ਦੇ। ਅੱਛਾ। ਮੈਂ ਬਾਰੇ ਸੋਚਿਆ, ਲੇਕਿਨ ਉਹ ਇੰਤਹਾਈ ਮੇਰੀ ਬੜੀ ਹਸਰਤ ਹੋਈ ਕਿ ਮੈਂ ਉਸ ਚਿਹਰੇ ਨੂੰ ਦੁਬਾਰਾ ਦੇਖਾਂ, ਔਰ ਬੜਾ ਹੀ ਨੂਰਾਨੀ ਚਿਹਰਾ। ਜੀ ਜੀ। ਤੇ ਫਿਰ ਇੱਕ ਦਫਾ ਹਜ਼ੂਰ ਅਗਲੇ 2 ਰਾਤਾਂ ਛੋੜ ਕੇ ਹਜ਼ੂਰ ਤਸ਼ਰੀਫ ਲਾਇਆ ਦੁਬਾਰਾ। ਜੀ ਜੀ। ਤੇ ਹਜ਼ੂਰ ਫਰਮਾਉਂਦੇ ਨੇ ਕਿ ਤੁਮ ਉਲਝਣ में हो। ਅੱਛਾ। ਮੈਂ ਬਹੁਤ ਜ਼ਿਆਦਾ ਮੈਂ ਇਸ ਲਪਕ ਕੇ ਉੱਠਿਆ ਕਿ ਮੈਂ ਹੁਣ ਇਹਨਾਂ ਨੂੰ ਪੁੱਛਣਾ ਬਜ਼ੁਰਗਾਂ ਨੂੰ ਕਿ ਤੁਸੀਂ ਕੌਣ ਹੋ। ਜੀ ਜੀ। ਲੇਕਿਨ ਉਹ ਮੰਜ਼ਰ ਗਾਇਬ ਹੋ ਗਿਆ। ਜੀ ਜੀ। ਤੇ ਮੈਂ ਉਹਨਾਂ ਦਾ ਸੋਚਣਾ ਸ਼ੁਰੂ ਕੀਤਾ ਕਿ ਇਹ ਖੁਦਾ ਤਾਲਾ ਇਹਨਾਂ ਬਜ਼ੁਰਗਾਂ ਨੂੰ ਮੈਨੂੰ ਮਿਲਾ, ਕਿ ਮੈਂ ਇਹਨਾਂ ਨੂੰ ਮਿਲਾਂ। ਜੀ ਜੀ। ਤੇ ਇਹਨਾਂ ਨੂੰ ਮੈਂ ਪੁੱਛਾਂ ਕਿ ਮੇਰੀ ਕੀ, ਮੈਂ ਕਿੱਥੋਂ ਭਟਕੇ ਹਾਂ। ਜੀ ਜੀ। ਬਹਰਹਾਲ ਉਹਦਾ ਨਤੀਜਾ ਇਹ ਹੋਇਆ ਕਿ ਮੈਂ ਨਮਾਜ਼ਾਂ ਨੂੰ ਤਵੱਜਾ ਕੀਤੀ। ਜੀ ਜੀ। ਖੁਦਾ ਤਾਲਾ ਨੂੰ ਤਵੱਜਾ ਕੀਤੀ। ਜੀ ਜੀ। ਜਿਹੜੇ ਮੈਂ ਘਰਾਂ ਨੂੰ ਚਲਾ ਰਿਹਾ ਸੀ ਜਾਂ ਮੁਖਲਫਤ ਦਾ ਆਇਆ ਸੀ ਉਹ ਮੈਂ ਛੋੜ ਦਿੱਤਾ। ਜੀ ਜੀ। ਇਸੇ ਦੌਰਾਨ ਸਾਡੇ ਸਕੂਲ ਦੇ ਸਾਹਮਣੇ ਇੱਕ ਲੜਕੇ ਨੂੰ, ਅਹਿਮਦੀ ਲੜਕੇ ਨੂੰ, ਕੁਝ ਦੋਸਤ ਦੂਸਰੇ ਜਿਹੜੇ ਬੰਦੇ ਨੇ ਕਹਿ ਅਹਿਮਦੀ, ਜੀ ਜੀ, ਉਹ ਕੋਈ ਗਾਲਾਂ ਗਲੋਚ ਕਰ ਰਹੇ ਸੀ, ਕੋਈ ਮਾਰ ਰਹੇ ਸੀ। ਜੀ ਜੀ। ਤੇ ਮੈਂ ਜਾ ਕੇ ਉਹਨੂੰ ਛੁਡਾਇਆ। ਮੈਂ ਕਿਹਾ ਕੌਣ ਹੋ ਤੁਸੀਂ? ਕਹਿੰਦੇ ਨਹੀਂ ਤੂੰ ਕੌਣ ਹੈ, ਇਹਨੂੰ ਮਾਰਨ ਦੇ ਸਾਨੂੰ। ਜੀ ਜੀ। ਕਿਉਂਕਿ ਮੇਰੇ ਭਾਈ ਸਾਨੂੰ ਪਾਵਰਫੁਲ ਸਨ, ਉਹਨਾਂ ਦਾ ਡਰ ਵੀ ਆ ਸੀ। ਜੀ ਜੀ। ਤੇ ਉਹ ਮੁੰਡੇ ਦੌੜ ਗਿਆ ਨਾ ਮੇਰੇ ਦੁਕਾਨ ਨਾਲ। ਠੀਕ। ਤੇ ਉਹਨੂੰ ਮੈਂ ਕਿਹਾ ਚੱਲ ਹੁਣ ਜਾ, ਕੁਛ ਨਹੀਂ ਕਹਿੰਦੇ। ਜੀ ਜੀ। ਉਹ ਮੁੰਡਾ ਕਹਿੰਦਾ ਕਿ ਇਹਨਾਂ ਦੇ ਮੈਨੂੰ ਉੱਥੇ ਜਾ ਕੇ ਫਿਰ ਫੜ ਲੈਣਾ। ਅੱਛਾ। ਤੇ ਮੈਂ ਕਿਹਾ ਨਹੀਂ ਹੁਣ ਨਹੀਂ ਪੜਦੇ। ਉਹਨੇ ਕਿਹਾ ਨਹੀਂ। ਮੈਂ ਕਿਹਾ ਮੈਂ ਛੱਡ ਆਉਂਦਾ ਤੈਨੂੰ। ਜੀ। ਉਹਨੂੰ ਮੈਂ ਘਰ ਛੱਡ ਆਇਆ ਤੇ ਉਹਦੇ 'ਚ ਹਿੰਮਤ ਪੈਦਾ ਹੋਈ। ਉਹ ਕਹਿੰਦਾ ਜੀ ਕੱਲ ਕੌਣ ਛੱਡ ਆਏਗਾ? ਅੱਛਾ। ਮੈਂ ਕਿਹਾ ਅੱਛਾ। ਇਸ ਤਰ੍ਹਾਂ ਕਰਕੇ ਉਹਨੂੰ ਮੈਂ 2-4 ਦਫਾ ਛੱਡ ਆਇਆ। ਤੇ ਉਹ ਮੇਰੇ ਲੇਕਿਨ ਜ਼ਿਹਨ 'ਚ ਹੈ ਸੀ ਕਿ ਮੈਨੂੰ ਜਿਹੜਾ ख्वाब 'ਚ ਬਜ਼ੁਰਗ ਆਉਂਦੇ ਨੇ ਇਹ ਮੈਨੂੰ ਕਿੱਥੋਂ ਲੱਭਣ। ਉਹ ਕੁਛ ਅਰਸੇ ਬਾਅਦ ਉਹਦੇ ਨਾਲ ਗੱਲ ਹੋਈ, ਉਹਦੇ ਮੈਂ ਬੈਠਾ ਸੀ, ਇੱਕ ਦਿਨ ਬਿਠਾਇਆ ਉਹਨੇ। ਜੀ ਜੀ। ਤੇ ਸਾਹਮਣੇ ਸੈਯਦਨਾ ਹਸਨ ਸਾਲਿਸ ਦੀ ਫੋਟੋ ਲੱਗੀ। ਅੱਛਾ। ਤੇ ਮੈਂ ਕਿਹਾ ਇਹ ਕੌਣ ਬਜ਼ੁਰਗ ਕੌਣ? ਤੇ ਉਹਨੇ ਕਿਹਾ ਕਿ ਇਹ ਸਾਡੇ ਖਲੀਫਾ। ਮੈਂ ਕਿਹਾ ਹੈ। ਜੀ ਜੀ।
ਇਹ ਤਾਂ ਸਾਡੇ ਪੀਰ ਸਾਹਿਬ ਨੇ, ਤੁਹਾਡੇ ਖਲੀਫਾ ਕਿਸ ਤਰ੍ਹਾਂ ਹੋ ਗਏ? ਅੱਛਾ ਉਹਨੇ ਫਿਰ ਸਮਝਾਇਆ, ਉਹਨਾਂ ਦੇ ਅੰਦਰੋਂ ਬਾਜੀ ਆਏ, ਉਹਨਾਂ ਨੇ ਦੱਸਿਆ ਕਿ ਇਹ ਤੇ ਇਸ ਤਰ੍ਹਾਂ ਸਾਡਾ ਇੱਕ ਨਿਜ਼ਾਮ ਹੈ, ਹਜ਼ਰਤ ਮਸੀਹ ਮੌਊਦ ਤਸ਼ਰੀਫ ਲੈ ਆਏ ਨੇ, ਹਜ਼ਰਤ ਇਮਾਮ ਮਹਿਦੀ ਇਹ ਉਹਨਾਂ ਦੇ ਤੀਸਰੇ ਖਲੀਫਾ ਨੇ। ਜੀ ਜੀ ਮੈਂ ਕਿਹਾ ਇਹਨਾਂ ਦੇ ਮੈਨੂੰ ਇਹ ਗੱਲਾਂ ਕਹੀਆਂ ਨੇ। ਜੀ ਜੀ ਤੇ ਉਹ ਚੂੰਕਿ ਮੈਂ ਇਹ ਮੰਨਦਾ ਹੀ ਨਹੀਂ ਸੀ ਕਿ ਅਹਿਮਦੀ 'ਚ ਵੀ ਇਹ ਹੋ ਸਕਦਾ ਨਾ, ਇੰਨਾ ਵੱਡਾ ਪੀਰ ਹੋ ਸਕਦਾ ਹੈ। ਅੱਛਾ ਉਹ ਫਿਰ ਘਬਰਾ ਗਏ, ਉਹ ਮੈਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ, ਮੈਨੂੰ ਗੁੱਸਾ ਲੱਗੇ। ਜੀ ਜੀ ਉੱਥੇ ਫਿਰ ਉਹ ਮੁਹੰਮਦ ਅਹਿਮਦ ਸਾਹਿਬ ਨਈਮ ਰਬੀ ਸਿਲਸਿਲਾ ਸਨ, ਨਾਲ ਹੀ ਮਸਜਿਦ ਦੇ ਘਰ ਸੀ ਉਹਨਾਂ ਦਾ। ਜੀ ਜੀ ਉਹ ਮੈਨੂੰ ਉੱਥੇ ਲੈ ਗਏ ਤੇ ਮੁਹੰਮਦ ਅਹਿਮਦ ਸਾਹਿਬ ਨਈਮ ਨੇ ਪਹਿਲੇ ਮੇਰੀ ਸਾਰੀ ਗੱਲ ਸੁਣੀ, ਫਿਰ ਬੜੀ ਤਫਸੀਲ ਨਾਲ ਮੈਨੂੰ ਜਮਾਤ ਦਾ ਤਾਰਫ ਕਰਾਇਆ। ਜੀ ਜੀ ਉਹਨਾਂ ਕਿਹਾ ਅਸੀਂ ਇਹ ਫੋਟੋ ਨਹੀਂ ਚੁਰਾਈਆਂ, ਇਹ ਸਾਡੀ ਕਿਤਾਬਾਂ 'ਚ ਉਹਨਾਂ ਨੇ ਦਿਖਾਈਆਂ ਰਸਾਲਿਆਂ 'ਚ ਕਿ ਇਹ ਅਸੀਂ ਫੋਟੋਆਂ ਲੱਗੀਆਂ, ਅਸੀਂ ਇਹ ਕਿੱਥੋਂ ਚੁਰਾ ਸਕਦੇ ਹਾਂ। ਜੀ ਜੀ ਤੇ ਉਹ ਮੈਂ ਫੋਟੋ ਦੇਖੀਆਂ ਤੇ ਮੈਂ ਬਹੁਤ ਜ਼ਿਆਦਾ ਮੁਤਅਸਰ ਹੋਇਆ। ਜੀ ਜੀ ਤੇ ਮੈਂ ਕਿਹਾ ਜੀ ਮੈਨੂੰ ਸੋਚਣ ਦਿਓ, ਮੈਂ ਇਹ ਕੀ ਕਿ ਸੋਚਦਾ ਰਿਹਾ, ਮੈਂ ਮਜ਼ੀਦ ਕਿਤਾਬਾਂ ਪੜ੍ਹੀਆਂ ਤੇ ਉਹਨਾਂ ਮੈਨੂੰ ਕਿਸ਼ਤੀ ਨੂਹ ਦਿੱਤੀ ਕਿ ਇਹ ਤੇਰੇ ਵਾਸਤੇ ਬਿਹਤਰੀਨ ਕਿਤਾਬ ਹੈ। ਜੀ ਜੀ ਉਹ ਬੜੀ, ਫਿਰ ਉਹਨਾਂ ਨੇ ਮੈਨੂੰ ਕਿਹਾ ਕਿ ਤੂੰ ਅਸੀਂ ਤੈਨੂੰ ਤਬਲੀਗ ਨਹੀਂ ਕਰ ਰਹੀ, ਜੀ ਜੀ ਜਿਹੜੀ ਜ਼ਾਤ ਤੈਨੂੰ ਇਸ ਪਾਸੇ ਲਿਆ ਰਹੀ ਨਾ, ਤੂੰ ਉਹਦੇ ਕੋਲ ਮੰਗ। ਜੀ ਜੀ ਤੇ ਉਹ ਇੱਕ ਦਿਨ ਮਸਜਿਦ ਬੈਠੇ ਸੀ, ਮੇਰਾ ਬਾਕੀ ਸਾਰੇ ਜਿਹੜੇ ਫਿਰਕੇ ਸਨ ਆਪਣੇ ਦੂਸਰੇ ਸੁੰਨੀ ਫਿਰਕੇ, ਉਹਨਾਂ ਤੋਂ ਮੇਰਾ ਦਿਲ ਚੱਲ ਗਿਆ। ਜੀ ਜੀ ਤੇ ਮੇਰਾ ਦਿਲ ਇਹ ਕਰਦਾ ਸੀ ਮੈਂ ਮਸਜਿਦ ਅਹਿਮਦੀਆ ਜਾ ਕੇ ਬਹਿ ਜਾਵਾਂ, ਜੀ ਜੀ ਖੁਦਾ ਦੀ ਇਬਾਦਤ ਕਰਾਂ। ਉਹ ਇੱਕ ਰਾਤ ਮੈਂ ਉੱਥੇ ਬੈਠਾ, ਉਹਨੇ ਮੈਨੂੰ ਸਿਖਾਇਆ ਕਿ ਤੂੰ ਖੁਦਾ ਦਾ ਗੁਰੂ ਕਿਸ ਤਰ੍ਹਾਂ ਮੰਗਣਾ ਹੈ। ਜੀ ਜੀ ਤੇ ਤਰੀਕਾ ਉਹਨਾਂ ਦੱਸਿਆ, ਤੂੰ ਇਸਤਿਖਾਰਾ ਕਰ, ਅੱਲਾ ਮੀਆਂ ਤੈਨੂੰ ਖੁਦ ਹੀ ਸਮਝਾ ਦੇਗਾ। ਜੀ ਜੀ ਤੇ ਉਹ ਮੈਂ ਮਸਜਿਦ ਬੈਠਾ ਵਾਂ ਤੇ ਮੇਰਾ ਆਪ ਦੇ ਸਾਹਮਣੇ ਥੋੜਾ ਜਿਹਾ ਖੱਬੇ ਪਾਸੇ ਜੀ ਜੀ ਤੇ ਸਾਹਮਣੇ ਦੇਖਣਾ ਵਾ ਤੇ ਉਹ ਜਿਹੜੀ ਦੀਵਾਰ ਹੈ ਉਹ ਸ਼ਕਤ ਹੋ ਜਾਂਦੀ ਹੈ। ਅੱਛਾ ਤੇ ਉਹ ਜਦੋਂ ਦੀਵਾਰ ਹੋਈ ਸ਼ੱਕ ਤੇ ਸਾਹਮਣੇ ਸਫੈਦੀ ਹੋਈ, ਇੱਕਦਮ ਚਾਨਣਾ ਹੋਇਆ ਜੀ ਜੀ ਤੇ ਮੈਂ ਦੇਖਿਆ ਕਿ ਸਾਹਮਣੇ ਹਜ਼ਰਤ ਮਸੀਹ ਮੌਊਦ ਤਸ਼ਰੀਫ ਲਿਆਏ ਨੇ। ਮਾਸ਼ਾਅੱਲਾ। ਇਹ ਫੋਟੋਆਂ ਜਦੋਂ ਮੈਂ ਹੁਲੀਅਤ ਦੱਸੇ ਸਨ, ਫਿਰ ਉਹਨਾਂ ਨੇ ਮੈਨੂੰ ਦਿਖਾਈਆਂ ਕਿ ਇਹ ਉਹ ਬਜ਼ੁਰਗ ਨੇ। ਜੀ ਜੀ ਤੇ ਉਹਨਾਂ ਦੇ ਪਿੱਛੇ ਸੈਯਦਨਾ ਹਜ਼ਰਤ ਖਲੀਫਾ ਮਸੀਹ ਅਵਲ ਨੇ। ਅੱਛਾ ਉਹ ਸਾਹਮਣੇ ਇਸ਼ਾਰਾ ਕਰਕੇ ਫਰਮਾਉਂਦੇ ਨੇ ਕਿ ਮਸੀਹ ਮਾਦੀ ਮੌਜ ਹੀ ਹੈ। ਵਾਹ। ਤੇ ਮੈਂ ਸੋਚਿਆ, ਮੈਂ ਕਿਹਾ ਮੈਨੂੰ ਪਹਿਲੇ ਤੇ ਮਹਿਦੀ ਦੱਸਿਆ ਸੀ ਤੇ ਇਹ ਇੱਕ ਸ਼ਖਸ ਦੋ ਕਿਸ ਤਰ੍ਹਾਂ ਹੋ ਸਕਦੇ ਨੇ। ਜੀ ਜੀ ਪਿੱਛੇ ਸੈਯਦਨਾ ਹਜ਼ਰਤ ਖਲੀਫਾ ਮਸੀਹ ਸਾਨੀ ਸਨ ਜੀ ਜੀ ਤੇ ਉਹ ਮੇਰੇ ਵੱਲ ਦੇਖਦੇ ਨੇ ਤੇ ਫਰਮਾਉਂਦੇ ਨੇ ਕਿ ਅਭੀ ਤੱਕ ਆਪਕੋ ਯਕੀਨ ਨਹੀਂ ਹੁਆ। ਤੇ ਮੈਂ ਸਰ ਉਠਾ ਕੇ ਦੇਖਿਆ ਤੇ ਹਜ਼ੂਰ ਫਰਮਾਉਂਦੇ ਨੇ ਕਿ ਅਜੇ ਤੈਨੂੰ ਯਕੀਨ ਨਹੀਂ ਹੋਇਆ। ਜੀ ਜੀ ਪੰਜਾਬੀ ਚ ਉਹਨਾਂ ਨੇ ਦੱਸਿਆ ਤੇ ਮੇਰੇ ਜਿਸ ਤਰ੍ਹਾਂ ਨਾ ਇੱਕਦਮ ਬਿਜਲੀ ਭਰ ਗਈ ਨਾ, ਇਹ ਕੀ ਜੋ ਲਫ਼ਜ਼ ਇਤਨੇ ਬਾਰੋਬ ਸਨ ਜੀ ਜੀ ਕਿ ਮੈਂ ਇਹੀ ਕਹਿੰਦਾ ਸੀ ਕਿ ਮੈਂ ਹੁਣ ਆਵਾਜ਼ ਚੀਕਾਂ ਨਹੀਂ ਨਿਕਲੀ, ਲੇਕਿਨ ਬਾਕੀ ਸਭ ਕੁਝ ਹੋਇਆ। ਤੇ ਉਹਨਾਂ ਦੇ ਪਿੱਛੇ ਦੇਖਿਆ ਸੈਯਦਨਾ ਹਜ਼ਰਤ ਖਲੀਫਾ ਮਸੀਹ ਸਾਲਿਹ ਤਸ਼ਰੀਫ ਫਰਮਾਨ ਸਾਹਮਣੇ ਆ ਰਹੇ। ਜੀ ਜੀ ਤੇ ਮੈਂ ਦੇਖਿਆ ਉਹਨਾਂ ਤੇ ਮੇਰੀ ਇੱਕਦਮ ਕਿ ਬਰਦਾਸ਼ਤ ਨਹੀਂ ਹੋਇਆ, ਮੇਰਾ ਦਿਲ ਕਿੱਦਾਂ ਮੈਂ ਉੱਠ ਕੇ ਇਹਨਾਂ ਦਾ ਹੱਥ ਪਕੜਾਂ। ਜੀ ਜੀ ਪਰ ਖੁਦਾ ਤੋਂ ਨੇ ਮੈਨੂੰ ਤਾਕਤ ਦਿੱਤੀ, ਮੈਂ ਉੱਠਿਆ ਤੇ ਉਹਨਾਂ ਨੇ ਜਦੋਂ ਹੱਥ ਪਕੜਿਆ ਤੇ ਹਜ਼ੂਰ ਫਰਮਾਉਂਦੇ ਨੇ ਕਿ ਅਭੀ ਤੱਕ ਆਪਕੀ ਉਲਝਨੇ ਦੂਰ ਨਹੀਂ, ਜੀ अभी तक आपकी भटक दूर नहीं हुई। तो मैं जिस तरह हाथ मेरा ना एक रूई के गाले में रखता ना, इतना नरम मुलायम हाथ हजूर का जी। ਤੇ ਉਹ ਜਦੋਂ ਵੇਖਿਆ ਤੇ ਉਹ ਮੰਜ਼ਰ, ਉਸ ਤੋਂ ਬਾਅਦ ਮੈਨੂੰ ਨੀਂਦ ਆਈ। ਠੀਕ। ਸੋ ਗਿਆ ਮੈਂ, ਬੜਾ ਗਹਿਰਾ ਸੁੱਤਾ। ਰਬੀ ਸਾਹਿਬ ਮੁਹੰਮਦ ਅਮਨ ਸਾਹਿਬ ਫਰਮਾਉਂਦੇ ਨੇ ਕਿ ਮੈਂ ਤੇਰੀ ਇਹ ਹਾਲਤ ਦੇਖ ਰਿਹਾ ਸੀ ਜੀ ਜੀ ਤੇ ਅਸੀਂ ਤੈਨੂੰ ਨਹੀਂ ਉਠਾਇਆ। ਠੀਕ। ਫਜਰ ਦੀ ਨਮਾਜ਼ ਵੀ ਲੇਟ ਪੜ੍ਹੀ। ਬਾਅਦ 'ਚ ਜਦੋਂ ਉਹਨਾਂ ਨੂੰ ਮੈਂ ਸਾਰਾ ਦੱਸਿਆ ਜੀ ਜੀ ਉਹਨਾਂ ਨੇ ਫਿਰ ਮੈਨੂੰ ਫੋਟੋਆਂ ਵਿਖਾਈਆਂ ਕਿ ਇਹ ਬਜ਼ੁਰਗ ਸਾਡੇ ਇਹ ਨਿਜ਼ਾਮ ਹੈ ਜੀ ਜੀ ਤੇ ਇਹ ਤੈਨੂੰ ਖੁਦਾ ਤਾਲਾ ਨੇ ਹੁਣ ਤੇਰੇ ਵਾਸਤੇ ਕੋਈ ਇਤਮਾਨ ਹੁਜਤ ਨਹੀਂ ਰਹਿ ਗਈ, ਤੂੰ ਹੁਣ ਬੈਤ ਕਰ ਲੈ। ਜੀ ਜੀ ਲੇਕਿਨ ਬਾਅਦ ਜਿਹੜੇ ਦੋਸਤ ਅਹਿਮਦੀ ਦੋਸਤ ਨੇ ਮੇਰੀ ਸਾਬਕਾ ਮੁਖਾਲਫਤ ਦੀ ਵਜ੍ਹਾ ਤੋਂ ਮੇਰੀ ਬੈਤ ਤੋਂ ਕਤਰਾ ਰਹੇ ਸਨ। ਜੀ ਜੀ ਲੇਕਿਨ ਮੈਂ ਸੀ ਕਿ ਮੈਂ ਕਿ ਨਹੀਂ, ਮੈਂ ਬੈਤ ਕਰਨੀ। ਜੀ ਜੀ ਬਹਰਹਾਲ ਉਹ 6/6/78 ਇਹ ਮਹੀਨਾ ਜੂਨ ਦਾ ਮਹੀਨਾ ਸੀ, ਤਰੀਕ ਵੀ ਯਾਦ ਜੀ। ਉਸ ਦਿਨ ਉਹਨਾਂ ਨੇ ਮੇਰੀ ਰਿਟਨ ਬੈਤ ਲਈ ਜੀ ਜੀ ਤੇ ਮੈਂ ਮਜ਼ਿਦ ਸਾਂ ਕਿ ਮੈਂ ਹੁਜ਼ੂਰ ਨੂੰ ਨਾ ਦਸਤੀ ਬੈਤ ਕਰਨੀ। ਜੀ ਜੀ ਚੁਨਾਂਚੇ ਉਹਨਾਂ ਨੇ ਫਰਮਾਇਆ ਕਿ ਉਹ ਇੱਕ ਵਕਤ ਹੁੰਦਾ ਖਲੀਫਾ ਵਕਤ ਕੋਲ ਜਾਣਾ ਬੈਤ ਕਰਨੀ। ਲੇਕਿਨ ਮੈਂ ਖਤ ਲਿਖੇ ਤੇ ਹੁਜ਼ੂਰ ਨੂੰ ਮਿਲਿਆ, ਮੁਲਾਕਾਤਾਂ ਹੋਈਆਂ, ਲੇਕਿਨ ਉਹ ਚੂੰਕਿ ਬੈਤ ਵਾਸਤੇ ਉਹਨਾਂ ਨੇ ਮੈਨੂੰ ਟਾਈਮ ਦਿੱਤਾ ਜੀ ਜੀ ਔਰ ਫਿਰ 2/79 ਨੂੰ ਹੁਜ਼ੂਰ ਨੇ ਅਜ਼ਰਾ ਸ਼ਫਕਤ ਬੁਲਾ ਕੇ ਮੇਰੀ ਦਸਤੀ ਬੈਤ ਲਈ। ਅੱਛਾ, ਮਾਸ਼ਾਅੱਲਾ। ਤੇ ਉਸ ਤੋਂ ਬਾਅਦ ਫਿਰ
ਜਦੋਂ ਮੈਂ ਵਾਪਸ ਆਇਆ ਕੋਟੂਮਨ ਆਇਆ ਤਾਂ ਮੇਰੀ ਕੈਫੀਅਤ ਹੀ ਹੋਰ ਹੋ ਗਈ ਸੀ, ਬਦਲ ਗਈ ਸੀ ਜੀ ਜੀ। ਲੇਕਿਨ ਜਦੋਂ ਵੇਖਿਆ ਲੋਕਾਂ ਨੂੰ ਪਤਾ ਲੱਗਾ ਕਿ ਅਹਿਮਦੀ ਹੈ ਜੀ ਜੀ। ਤੇ ਸਹੀ ਹੋ ਗਿਆ। ਉਹਨਾਂ ਨੇ ਮੇਰੇ ਪਿੱਛੇ ਉਹ ਬਾਸ਼ ਮੁੰਡੇ ਲਾ ਦੇਣੇ, ਠੀਕ। ਗਾਲੀ ਗਲੋਚ ਕਰੋ ਤਾਂ ਰੋਜ਼ਾਨਾ ਹੀ ਕੋਈ ਐਸਾ ਦਿਨ ਨਹੀਂ ਆਣਾ ਕਿ ਜਦੋਂ ਮਾਰ ਨਹੀਂ ਪੈਣੀ। ਜੀ ਜੀ। ਫਿਰ ਹੋਇਆ ਕਿ ਮੈਂ ਬਹੁਤ ਜ਼ਿਆਦਾ ਉੱਥੇ ਮੁਖਾਲਫਤ ਸ਼ੁਰੂ ਹੋ ਗਈ, ਤੰਗ ਹੋ ਗਿਆ। ਘਰਦਿਆਂ ਨੇ ਬਹੁਤ ਜ਼ਿਆਦਾ ਤੰਗ ਕਰਨਾ ਸ਼ੁਰੂ ਕੀਤਾ। ਜੀ ਜੀ। ਤੇ ਫਿਰ ਮੈਨੂੰ 79 ਚ ਗਿਆ ਰਵਾ ਜਲਸਾ ਤੇ। ਠੀਕ। ਉਸ ਵਕਤ ਸੈਯਦਨਾ ਹਜ਼ਰਤ ਖਲੀਫਾ ਮਸੀਹ ਰਾਬੇ ਉਸ ਵਕਤ ਹਜ਼ਰਤ ਮੀਆਂ ਸਾਹਿਬ ਸਨ। ਜੀ ਜੀ। ਉਹਨਾਂ ਦੀ ਤਿਲਾਵਤ ਲੱਗੀ ਸੀ, ਲਿਲਾਹਿ ਮਾ ਫਿ ਸਮਾਵਾਤ ਮਾ ਫਿਲ ਅਰਦ। ਉਹ ਮੈਂ ਸੁਣੀ ਤੇ ਮੈਂ ਬਹੁਤ ਹੀ ਮੇਰਾ ਦਿਲ ਉਹ ਮੈਂ ਕਿ ਹਜ਼ੂਰ ਕਿ ਖੁਦਾ ਕਰੇ ਕਿ ਮੈਂ ਇਸ ਸ਼ਖਸ ਦਾ ਕਰੀਬ ਹੋਵਾਂ, ਮੈਨੂੰ ਮਿਲਣ ਦੀ ਤੌਫੀਕ ਮਿਲੇ। ਜੀ ਜੀ। ਪਤਾ ਕੀਤਾ ਤੇ ਲੋਕਾਂ ਨੇ ਦੱਸਿਆ ਕਿ ਇਹ ਹਜ਼ੂਰ ਇੱਥੇ ਹੁੰਦੇ ਨਾਜ਼ਮ ਇਰਸ਼ਾਦ ਹਨ। ਜੀ ਜੀ। ਫਿਰ ਜੀਦ ਇੰਚਾਰਜ ਹਨ। ਜੀ ਜੀ। ਤੇ ਮੈਂ ਉੱਥੇ ਹੀ ਸਾਂ। ਮੇਰਾ ਇਹ ਹੁੰਦਾ ਸੀ ਕਿ ਰੱਬਾ ਟੁੱਟ ਜਾਂਦਾ ਸਾਂ ਜੀ ਜੀ। ਜਲਸਿਆਂ ਤੇ। ਹਫ਼ਤਾ ਪਹਿਲੇ ਹਫ਼ਤਾ ਬਾਅਦ ਵਕਾਰੇ ਮੇਰੀ ਡਿਊਟੀ ਹੁੰਦੀ ਸਨ। ਮੇਰੀ ਮੁਨੀਰ ਅਹਿਮਦ ਆਬਦ ਸਾਹਿਬ ਦੇ ਨਾਲ ਡਿਊਟੀ ਹੁੰਦੀ ਸੀ। ਅੱਛਾ। ਉਹ ਇਸ ਲਈ ਨਾਦਰ ਇਸਲਾਮ ਸ਼ਾਦ ਨੇ। ਜੀ ਜੀ। ਤੇ ਮੈਂ ਅਜੇ ਤੱਕ ਰੱਬਾ ਹੀ ਸਾਂ ਤੇ ਮੈਨੂੰ ਕੋਟੂਮਨ ਦੀ ਜਮਾਤ ਦੀ ਤਰਫੋਂ ਖਤ ਆਇਆ ਸਦਰ ਸਾਹਿਬ ਦਾ ਕਿ ਤੁਸੀਂ ਉੱਥੇ ਵਕਫ ਜਦੀਦ ਜਾਣਾ, ਜੀ ਜੀ। ਮੁੱਲਮੀਨ ਦਾ ਕੋਰਸ ਕਰਕੇ ਆਉਣਾ, ਜੀ ਜੀ। ਜਮਾਤ ਕੋਟੂਮਨ ਦੀ ਨੁਮਾਇੰਦਗੀ ਕਰਨੀ। ਜੀ ਜੀ। ਮੈਂ ਉੱਥੇ ਪਹੁੰਚਿਆ, ਉੱਥੇ ਮਲਿਕ ਖਾਲਿਦ ਮਸੂਦ ਸਾਹਿਬ ਮਿਲੇ ਜੀ ਜੀ। ਤੇ ਉਹਨਾਂ ਨੇ ਮੇਰਾ ਉਹ ਤੇ ਮੈਨੂੰ ਪਹਿਲੇ ਤਾਂ ਜਾਣਦੇ ਸਨ ਜੀ। ਲੇਕਿਨ ਇਸ ਹਵਾਲੇ ਨਾਲ ਨਹੀਂ ਕਿ ਮੈਂ ਅਹਿਮਦੀ ਹਾਂ, ਉਸ ਇਲਾਕੇ ਦੀ ਵਜ੍ਹਾ ਤੋਂ ਜੀ ਜੀ। ਜਿੱਥੇ ਦੇ ਉਹ ਮੰਗੜੀਲ ਰਹਿੰਦੇ ਸਨ। ਠੀਕ। ਉਹਨਾਂ ਨੇ ਮੈਨੂੰ ਮਿਲਾਇਆ ਹਜ਼ੂਰ ਨਾਲ, ਹਜ਼ਰਤ ਖਲੀਫਾ ਮਸੀਹ ਰਾਬੇ ਨਾਲ। ਜੀ ਜੀ। ਤੇ ਜਦੋਂ ਮਿਲਿਆ ਤੇ ਮੇਰੀ ਤੇ ਉਹ ਹਾਲਤ ਹੀ ਹੋਰ ਸੀ ਹਜ਼ੂਰ ਨੂੰ ਮਿਲ ਕੇ, ਕਿਉਂਕਿ ਉਹਨਾਂ ਦੀ ਤਲਾਵਤ ਸੁਣ ਕੇ ਮੈਂ ਬਹੁਤ ਜ਼ਿਆਦਾ ਐਕਸਾਈਟਡ ਸਾਂ। ਤੇ ਮੈਂ ਖੁਦਾ ਦਾ ਸ਼ੁਕਰ ਅਦਾ ਕੀਤਾ ਕਿ ਮੇਰੀ ਦੁਆ ਇਤਨੀ ਜਲਦੀ ਕਬੂਲ ਹੋ ਗਈ, ਮੈਂ ਹੈਰਾਨ ਹੋਇਆ। ਮਾਸ਼ਾਅੱਲਾ। ਤੇ ਹਜ਼ੂਰ ਨੇ ਇੱਕ ਮੈਨੂੰ ਐਸਾ ਲਫ਼ਜ਼ ਮੇਰੇ ਵਾਸਤੇ ਕਿਹਾ کہ میں ਹੁਣ ਵੀ سوچ کے میں کہنا کہ ساڑھی اوقات کی۔ حضور فرمایا کہ آپ کا جب دل چاہے میرے کمرے میں آ جائے گا، ماشاءاللہ، جب بھی ملنا ہو۔ ماشاءاللہ۔ تو بہرحال وہ 3 مہینے کا کورس تھا، بعد میں انہوں نے بڑھا دیا تھوڑا سا اور۔ جی جی۔ تو اسی دوران میں وہاں زیارت بھی ہو جاتی تھی حضرت خلیفۃ المسیح کی، وقتاً فوقتاً مل جاتے اور حضور کے پاس رہے۔ یہ مولمین کا کورس میری زندگی کا بہت زبردست پیریڈ تھا۔ پھر بعد میں جب اس لیے ضروری تھا کہ میں چاہتا تھا جماعت کا علم میرے پاس ہو، اگر میں احمدی ہوا ہوں تو مجھے پتہ ہو کہ میں کیوں احمدی ہوا ہوں۔ بالکل، خالی لوگ نہیں مانتے کہ خواب کیا ہے یا کیا ہے، بندے کو پتہ ہو۔ تو وہاں جا کے میں نے جو ہے بہت کچھ سیکھا، شکر خدا کا۔ اور پھر آ کے فیلڈ میں میں نے منیر احمد عابد کے ساتھ مل کے تبلیغی کاموں میں حصہ لیا۔ ماشاءاللہ۔ اچھا، اب میں نے کہا میں بھی کچھ آپ سے پوچھوں، میں آرام سے اس لیے پہلے آپ کی بات سنی کہ ہمارے جو دیکھنے والے وہ کہتے جی آپ سوال پہ سوال کرتے ہیں، تو میں اب چینج کیا اپنے آپ کو نا، کیونکہ ہم لوگ بھی وقت لگتا ہے۔ اچھا یہ بتائیے، آپ نے کہا کہ میں جماعت احمدیہ کے جو لوگ مخالف تھے ان کی ٹیم میں شامل تھا، تو آپ کو اس وقت احساس نہیں ہوتا تھا کہ یہ لوگ ان کی جب ہمیں تو اسلام بھی اس کی اجازت نہیں دیتا کہ کسی کے گھر کو جلا دو یا کسی کی دکان کو نقصان دو؟ وہ اس لیے کہ ہمیں جو بتایا جاتا ہے مولویوں کی طرف سے کہ مرزا صاحب نے اس وقت جو مولوی کہتے ہیں کہ انہوں نے حضرت محمد صلی اللہ علیہ وسلم کا نام لیا ہوا ہے۔ اچھا، جب جب یہ کلمہ پڑھتے ہیں لا الہ الا اللہ محمد رسول اللہ، تو محمد سے مراد مرزا صاحب ہیں۔ اچھا، یہ ایک جذبات کے ساتھ جو ہے آدمی ہمارا جو ہے جاہل قوم جو ہے وہ جذباتی ہو جاتی ہے، بغیر سوچے سمجھے کہ سرور دو عالم کی عزت و ناموس کے لیے ہم کچھ بھی کریں گے۔ جی جی۔ تو وہ کہتے ہیں کہ یہ ان کو حق پہ انہوں نے ڈاکہ مارا ہوا ہے، ان کا نام لیا ہوا ہے، اس لیے یہ ہمیں غصہ تھا۔ نہیں لیکن پھر بھی نبی پاک صلی اللہ علیہ وسلم نے تو کبھی کسی کو یہ فرمایا نہیں تھا کہ کسی کے گھر کو آگ لگا دو جا کے۔ بس یہ وہ ملا ہے نا، اس کے باتیں سن کے تو اس وقت جنگ تھے آپ بھی، اس وقت عمر 17 سال عمر تھی میری۔ ہاں جی، اس کا مطلب یہ ہے کہ اس وقت سمجھ بھی نہیں تھی نا۔ جی جی صحیح بات۔ تو یہ بتائیے سر کہ آپ جب ان کے ساتھ جاتے تھے کہیں پہ جی آگ لگانے یا کسی غلط کام کے لیے،
तो वो जितने लोग थे उनमें से कोई भी अक्लमंद नहीं था जो कहता होगा कि नबी पाक सल्लल्लाहु अलैहि वसल्लम की ये तालीम नहीं है। असल में वो एक जुलूस होता था जो जी, जी। मैंने भी बाद दफा आगे जाके उनकी लीडरी भी की है, नारे भी लगाए हैं सामने जाके। अच्छा। तो वो जो हमारे जो बड़े होते थे स्टूडेंट जो सीनियर क्लासों के, तो वो आगे जाके नारे लगाते थे। मिसाल के तौर पर एक कहता है कि जानो मालो आबरू हाजिर है मोहम्मद सल्लल्लाहु अलैहि वसल्लम की राह में, तो किसी को आग लगा दो जाकर। तो पीछे उनकी आग लगा देते थे। और वहाँ एक हमारे मौलवी थे, अब्बास शाह नाम उनका, तो उनकी तकरीरें हम सुनते थे। वो कहते हैं कि मैंने वो तकरीरें टेप भी की हुई हैं, तो वो कहते हैं कि अब मुसलमान तू इतना बेगैरत हो गया और तेरे सामने नज़ई दंदनाते फिर दिन और मेरे हाथ में तलवार होवे और मैं नज़इयां दे डकरे करा, मैं एक मिर्ज़ई नूं मारा और मैं 10 शहीदां दा रुतबा पावां। इस किस्म के जो ख्यालात, इस किस्म की तकरीर सुन के बड़ी वो लहर में जो तकरीरें करते हैं। तो हमने उन मुल्ला का हशर देखा है, बाद में वो अपने जलील हुए हैं, उनके अपने औलाद के हाथों जलील हुए हैं। जी, जी। तो वो दौर था जब ये मौलवी ऐसी ऐसी तकरीरें करते थे कि आदमी के जज्बात से खेलते थे। अच्छा, आप कह रहे हैं कि पीर फकीर जो लोग थे उनको आप मानते थे, जी। मगर आपने कभी उस पर रिसर्च नहीं की थी कि ये लोग तो कुछ भी नहीं दे सकते, सिर्फ खुदा ताला की ज़ात ही है जो किसी की मदद करे? वो बड़ा ही दिलचस्प वाक़या है मेरा कि हमारे पीर आते थे तो हम वो एक चारपाई पे बिठाते जी, थे, जी। बाकी सब हम नीचे बैठते थे। अच्छा। उनकी इज्जत पीर साहब को इज्जत दी पीर जाती। साहब को इज्जत दी जाती। ठीक। तो वो तावीज़ लिख रहे थे, तो मेरे पास उस वक्त एक बड़ा अच्छा पेन था, जी, जी। पार्कर का पेन, उस वक्त 150 रुपये हाँ जी। था, बड़ा महंगा पेन था उस वक्त। तो वो पीर साहब ने देखा तो वो कहते हैं बच्चों ये पेन दे, मैं तवीज़ लिखना। अच्छा। तो मैं अब्बा जी ने कहा कि मैं पढ़ना होंदा तेनू तो मेरा पेन को ना लवन। ठीक। ਤੇ ਅੱਬਾ ਜੀ ਕਹਿੰਦੇ ਨੇ ਕਿ ਉਹਨਾਂ ਨੇ ਮੈਂ ਡਾਂਟਿਆ ਕਿ ਨਹੀਂ ਤੂੰ ਪੀਰ ਦੀ ਨਾਫਰਮਾਨੀ ਕੀਤੀ, ਤੂੰ ਦੇ ਪੈਨ, ਤੂੰ ਉਹਨਾਂ ਨੂੰ ਤਵੀਜ਼ ਲਿਖ ਕੇ ਦੇ ਦੇਣਾ। अच्छा। ਮੈਂ ਕਦੇ ਨਾ ਦਿੱਤਾ ਤੇ ਫਿਰ ਕਹਿੰਦੇ ਨਹੀਂ ਹੋ ਨਹੀਂ ਸਕਦਾ। ਉਹ ਪੀਰ ਸਾਹਿਬ ਮੈਨੂੰ ਪਤਾ ਸੀ ਪੈਨ ਲੈ ਕੇ ਤੇ ਨਾਲ ਹੀ ਚਲੇ ਗਏ। अच्छा। ਮੈਂ ਉਹਨਾਂ ਨੂੰ ਚੰਗੀਆਂ ਸੁਣਾਈਆਂ ਤੇ ਇਹਨਾਂ ਨੇ ਮੇਰੀ ਸ਼ਿਕਾਇਤ ਕੀਤੀ ਪੀਰ ਸਾਹਿਬ ਅੱਗੇ ਕਿ ਉਹ ਤੇ ਤੁਸੀਂ ਪੈਨ ਲੈ ਉਹ ਮੈਨੂੰ ਯਾਦ ਨਹੀਂ ਰਿਹਾ। अच्छा। ਤੇ ਫਿਰ ਉਹ ਅੱਬਾ ਜੀ ਨੂੰ ਕਹਿੰਦੇ ਕਿ ਇੱਕ ਵਕਤ ਆਏਗਾ ਕਿ ਤੁਹਾਡਾ ਜਿਹੜਾ ਛੋਰ ਹੈ ਇਹ ਤੁਹਾਡੇ ਹੱਥੋਂ ਨਿਕਲ ਜਾਵੇ। पीर साहब ने दस पीर साहब ने पहले दस दिया। इन्हें पेन की कुर्बानी नहीं देती। हाँ जी। है जी? जी जी। वो अब्बा जी अब वो जब सोचते थे ना मुझे कहते नहीं तेनू तो पीर दी बददुआ है। हाँ जी। अच्छा, तो ਤੁਸੀਂ ਇਹ ਦੇਖੋ, ਤੁਸੀਂ ਇੱਕ ਗੱਲ ਕੀਤੀ ਕਿ ਅਸੀਂ ਥੱਲੇ ਬਹਿੰਦੇ ਸੀ ਤੇ ਪੀਰ ਨੂੰ ਕਹਿੰਦੇ ਸੀ ਉੱਤੇ ਬਹਿ ਜਾਓ। जी जी। ਅੱਛਾ, ਇਹ ਮੈਂ ਕਈ ਵਾਰੀ ਸੋਚਦਾ ਕਿ ਗਰੀਬ ਲੋਕ ਨੇ ਮੌਲਵੀ ਨੂੰ ਵਧੀਆ ਰੋਟੀ ਖਵਾਉਣ ਕੇ ਜ਼ਰਦਾ ਪਲਾ ਤੇ ਆਪ ਦਾਲ ਰੋਟੀ ਖਾਣਗੇ। जी बिल्कुल ਹੈ ਜੀ? सही बात। ਅੱਛਾ, ਤੇ ਇਹ ਤੇ ਚਲੋ ਤੁਸੀਂ ਬੜੀ ਮਜ਼ੇਦਾਰ ਗੱਲ ਸੁਣਾਈ ਪੀਰ ਸਾਹਿਬ ਦੀ, ਤੇ ਉਹਨੇ ਵੀ ਦੱਸ ਦਿੱਤਾ ਸੀ ਕਿ ਬੱਚਾ ਚੱਲ ਜਾਏਗਾ, ਤੁਹਾਡੇ ਹੱਥੋਂ ਨਿਕਲ ਜਾਏਗਾ। जी। ਲੇਕਿਨ ਇਹ ਦੱਸੋ ਕਿ ਤੁਹਾਨੂੰ ਜਦੋਂ ਪਤਾ ਚੱਲ ਗਿਆ ਕਿ ਇਹ ਠੀਕ ਹੈ, ਸਭ ਖਰੀਏ ਤੇ ਇਹ ਮੈਂ ਸਹੀ ਰਸਤੇ ਤੇ ਗਿਆ, ਫਿਰ ਤੁਸੀਂ ਦੁਆ ਵੀ ਕੀਤੀ ਬੜੀ ਆਪਣੇ ਲਈ? जी बहुत दुआ। ਅੱਛਾ। ਤੇ वो ਇਹ कहते कैसा सी दुआ नहीं कुछ दसी। ਜੀ ਜੀ। ਅੱਛਾ, ਫਿਰ ਮੁਖਾਲਫਤ ਤੇ ਦੱਸੋ ਕਿ ਜਦੋਂ ਤੁਸੀਂ ਗਏ ਤੇ ਵਾਲਿदैन ਦਾ ਕੀ ਸੀ ਫਿਰ ਰਵੱਈਆ ਤੁਹਾਡੇ ਨਾਲ? वालिदैन उस तरह नहीं सी, गालां मेरा होंदियां सन, भाई मारते सन। ਅੱਛਾ। लेकिन ਜਦੋਂ ਬਾਹਰੋਂ ਮੈਂ ਤਬਲੀਗ ਕਰਦਾ ਸਾਂ ਲੋਕਾਂ ਨੂੰ ਜੀ ਜੀ। ਤੇ ਫਿਰ ਉਹ ਸਾਡੇ ਘਰ ਜਿਹੜੇ ਪੰਜਾਬੀ ਚ ਕਹਿੰਦੇ ਉਲਾਮਾ ਲੈ ਕੇ ਆਉਂਦੇ ਸਨ ਮੌਲਵੀ ਅੱਛਾ। ਕਿ ਤੁਹਾਡਾ ਛੋਰ ਤੇ ਨਿਕਲ ਗਿਆ ਇੱਥੋਂ, ਲੇਕਿਨ ਬਾਕੀਆਂ ਨੇ ਵੀ ਬਦਲਾਅ ਕਰਨ ਦੇ। ਅੱਛਾ। ਇਸ ਵਜ੍ਹਾ ਤੋਂ ਫਿਰ ਘਰ ਦੇ ਜ਼ਿਆਦਾ ਮੁਖਾਲਫਤ ਕਰਦੇ ਸੀ। ਠੀਕ। ਲੇਕਿਨ ਬਾਅਦ ਦੇ ਵਿੱਚੋਂ ਜਦੋਂ ਤੁਸੀਂ ਬੈਤ ਕਰ ਲਈ, ਅਹਿਮਦੀ ਹੋ ਗਏ, ਫਿਰ ਤੁਹਾਡੀ ਸ਼ਾਦੀ ਜ਼ਾਹਰ ਹੋਈ ਅਹਿਮਦੀਆਂ ਦੇ ਵਿੱਚ ਹੀ? ਨਹੀਂ, ਹਾਂਜੀ। ਮੇਰੀ ਸ਼ਾਦੀ ਚੂੰਕਿ ਪਹਿਲੇ ਤੋਂ ਤੈਅ ਸੀ, ਅੱਛਾ। ਮੇਰੇ ਚਾਚੇ ਦੇ ਘਰ ਤੈਅ ਸੀ ਮੇਰੀ ਸ਼ਾਦੀ, ਜੀ ਜੀ। ਤੇ ਮੈਂ ਆ ਗਿਆ ਸਾਂ ਇਸ ਵਜ੍ਹਾ ਤੋਂ ਕਿ ਮੈਂ ਮਤਲਬ ਸ਼ਾਦੀ ਦੇ ਚੱਕਰ 'ਚ ਨਹੀਂ ਪੈਣਾ। ਸਾਡੇ ਖਾਨਦਾਨ ਸ਼ਾਦੀ ਬੜੀ ਜਲਦੀ ਕਰ ਦਿੰਦੇ ਨੇ। ਠੀਕ। ਔਰ ਮੈਂ ਰੱਵਾ ਸਾਂ ਤੇ ਜਿਸ ਤਰ੍ਹਾਂ ਬੰਦਾ ਨਾਰਾਜ਼ ਹੋ ਕੇ ਆ ਜਾਂਦਾ ਹੈ, ਜੀ ਜੀ। ਉਸ ਤਰ੍ਹਾਂ ਫਿਰ ਮੇਰਾ ਭਾਈ ਮੈਨੂੰ ਪਿੱਛੇ ਲੈਣ ਆ ਗਿਆ ਰੱਵਾ 'ਚ। ਅੱਛਾ। ਔਰ ਉਹ ਮੈਂ ਫਿਰ ਰਸਮ ਨੂੰ ਪੁੱਛਿਆ ਤੁਸੀਂ ਰਾਬੇ ਨੂੰ ਕਿ ਮੈਂ ਇਸ ਸੂਰਤ में ਕੀ ਕਰਾਂ। जी जी। तो हुजूर ने फरमाया कि आप हुजूर ने फरमाया कि मेरा ख्याल है आप शादी कर लें, लेकिन आप अपने माई बाप से पूछ लें। अच्छा। मैं कहा हुजूर वो तो यही चाहते हैं कि नहीं जो यहाँ बैठे हैं। अच्छा। उनका इशारा हज़रत सालिस की तरफ था। अच्छा। तो चाचे मैं फिर हुजूर की खिदमत में पेश हुआ और इजाज़त के लिए पूछा शादी के लिए। तो हुजूर फरमाते हैं कि आप हमारे हो, आप कहीं नहीं जाओगे, अच्छा। शादी कर लें।
अच्छा, शादी कर लें उनको भी ले आओगे, लेकिन हमें यकीन है कि आप कहीं नहीं जाओगे। आप नहीं जाओगे। जब उन्होंने पूछा कि मैंने कहा हुजूर वो तो चाहते हैं कि अगर मेरी शादी हो जाए तो मैं उधर चला जाऊंगा वापस। जी जी। तो हुजूर ने फरमाया कि नहीं, आप शादी बेशक करो, और उनको वो भी हो जाएगी। फिर बेगम अहमदी हो गई थी। अच्छा, जल्दी होगी, समझ आ गई। फॉर्म फिल करके रखा हुआ था। अच्छा माशाअल्लाह। वो पहले अहमदी हुई अहमदी। अच्छा, हाँ जी। ਤੇ ਇਹ ਫਿਰ ਉਹ ਬੇਗਮ ਦੇ ਜਿਹੜੇ ਘਰ ਦੇ ਉਹਨਾਂ ਨੇ ਨਹੀਂ ਕਿਹਾ ਕਿ ਤੁਸੀਂ ਕੰਮ ਕਰ ਲੈ? नहीं, अच्छा। बस वो थोड़ा थोड़ा सा वहाँ रहे, अच्छा, तो उसके बाद फिर हम इस्लामाबाद चले गए। ठीक। तो इस्लामाबाद ज़ाहिर है वो कोडोन में थे, तो इस्लामाबाद का और माहौल है। जी जी। तो वहाँ फिर उसके बाद ये सारे दोस्त यार इधर आना शुरू हो गए जर्मनी में, और FIA में मेरी मुखालफत इतनी ज़्यादा बढ़ गई थी तबलीग की वजह से अच्छा। कि इंक्वायरियाँ शुरू हो गई। जी जी। और मेरे खिलाफ दरखास्तें आ गई। जी जी। फिर ज़ियाउल हक ने कानून बनाया था हाँ, कि 84 दफ्तरों के अंदर अच्छा। नमाज बाजमात होंगी। जी जी। तो वो कोई मौलवी, लेकिन ज़ाहिर है मैं तो उनके पीछे नमाज नहीं पढ़ सकता था। जी जी। तो फिर वो शिकायतें जब उन्होंने मुझसे पूछना तो मैंने बताना कि सिर्फ नहीं पढ़ता। जी जी। तो वो कहते हैं मैंने तबलीग करता है। जी जी। तो फिर मेरी इंक्वायरी हुई, तो वहाँ एक हमारे DSP से उन्होंने मुझे बुलाया, वो मजहबी आदमी थे। जी जी। और उनके साथ जब बहस शुरू हुई तो मुझे कहते हैं कि आप पहले तो उन्होंने कहा कि वापस आ जाओ ना जी अहमदी जी। से। तो जब वो दलाइल से मुझे हरा न सके, मैंने उनको कुरान मजीद से साबित किया सदाकत मसीह मऊ पे। मैं कहा कोई मौजू ले लो, अजराए नबूवत पे ले लो, वफ़ात हयात मसीह पे ले लो, कोई मौजू ले लो, मेरे से बात करें। जी जी। तो वो कहते हैं उनके रिमार्क्स थे मेरे मतलब कि ही इज़ वेरी वेल नोन ऑफ इस्लाम, ही इज़ वेरी वेल नोन ऑफ कुरान, कि हम इसको शिकस्त नहीं दे सकते, सिर्फ हम इसको तंबीह कर सकते हैं। जी जी। और फिर उन्होंने मेरी फाइल में लिखा कि ये नेक आदमी है, और इसको जब छेड़ते हैं तो ये आगे से बोलता है, हाँ जी। बेहतर इसको ना छेड़े, ना छेड़े। इसको जब छेड़ोगे तो वो बोलेगा आगे जी। से। मेरे सब सवाल करते हैं कि तुमने हज़रत मसीह मौद को क्यों माना है? जी जी। तो मैंने अब बताता हूँ कि मैंने इस वजह से माना है, जी जी। सच्चे हैं। जी जी। तो फिर वो बहस का सिलसिला शुरू होता है, तो वो समझते हैं कि हमें तबलीग करता है। जी जी। अच्छा, तो ये बताइए जर्मनी जब आप आए यहाँ पे, तो अब माशाल्लाह आपके बच्चे वगैरह उनके बारे में बताएं हमारे नाजरीन को। जी, मेरे इधर आए फिर बच्चों को 2 बच्चियाँ मेरी इधर हैं। जी जी। 2 पाकिस्तान में हैं। अच्छा। तो मेरी जब मैं इधर हूँ, केस मेरा पास नहीं होता तो मैं वहाँ से स्पेन चला गया। जी जी। वहाँ मैं कुछ अर्सा रहा हूँ, तो 2 हफ्ते में मेरा वहाँ केस पास हो गया। अच्छा। तो वो मैंने बेगम को खुशी से बताया कि मेरा केस पास हो गया। अगले दिन की मैंने फ़्लाइट ले ली। जी जी। 2 दिन के बाद की। तो बेगम ने जो एक 10 साल में इधर रहा था, तो एकदम जो उसने सुना तो वो दिल की कमज़ोर थी, तो उसको एकदम वो खुशी जो है हज़म न हो सकी, तो उसको हार्ट अटैक हो गया। ओहो। और वो उसी रात अल्लाह को प्यारी हो गई। अच्छा। और फिर मैंने तो उसी प्रोग्राम के जाना था, मैं और पाकिस्तान गया। तो जी जी। बच्चे 12 मेरी बच्चियाँ थी, 4 बेटियाँ मेरी हैं। अच्छा। और फिर एक दफ़ा मैं गया, फिर अगले साल फिर गया, फिर 2 बेटियों की शादी की। जी जी। एक जो है वो मेरा छोटा भाई, उसका ख़ानदान अहमदी था, और एक मेरे बड़े भाई के बच्चे अहमदी हो गए थे। अच्छा माशाल्लाह। और फिर जो बच्चों की खाला थी उसके बच्चे अहमदी हो गए थे। ठीक। फिर एक वहाँ शादी की, जी जी। एक अपने मेरा बड़ा भाई उसके बेटे के साथ की। वो सारे ये आपने तबलीग की उनको? जी। माशाल्लाह। और लोगों को भी तबलीग की? कितने अहमदी किया आपने? तबलीग तो अहमदी तो किए हैं काफ़ी सारे। इधर हम फिर वहाँ होती थी तबलीग लोग की, जी जी। बहस करते थे जी जी। पाकिस्तान में। जी जी। लेकिन वो डर जाते थे, कहते हम ठीक है अहमदी हैं लेकिन हम शो नहीं करते, अच्छा। ज़्यादा बैत नहीं करते। जी जी। तो यहाँ जर्मनी आके फिर ये सिलसिला शुरू किया तबलीग का। ठीक। तो एक दफ़ा बड़ा दिलचस्प वाक़या है, मैं सुनाऊँगा। जी जी प्लीज़। कि हम मेरे नाज़िम साहब, मैं नाज़िम तबलीग था, और जो मेरे कायद साहब थे उस वक्त नसीर साहब, जी जी। वो और मैं आए, रीजनल मीर साहब के साथ हमारी मीटिंग थी, तबलीगी मीटिंग। जी तो जी। वो वादे ले रहे थे अच्छा। जी कितनी बैठे, वो टारगेट एक ज़माने में ना देते हाँ जी, थे। बिल्कुल बिल्कुल। तो हमें कहा जी तो आपको हम 150 का टारगेट देते हैं। जी जी। तो इन्होंने भी हाथ खड़ा किया, जी जी हम पूरा करेंगे, हमारे अच्छा। कायद साहब। तो वहाँ जब हम वापस आए, वो मेरे साथ ही रहते थे, हम इकट्ठे थे, वो बड़े अफसरदा थे। जी जी। तो कहते हैं यार, मैं सोच रहे थे मैं कैसे ये टारगेट पूरा करूँगा।
میں کیا دعا کریں اللہ تعالیٰ فضل کرے گا. کہنے 150 بیعتیں, بڑا حیران. یار وہ بھی کام کرتا ہے, میں بھی کام کرتا تھا. ایک دن ہم نے کہا کہ ہم یہ دن خدا تعالیٰ کے لیے نکلیں گے. تو ہم نکلے, جب گھر سے اتوار کا دن تھا تو ہمیں پتہ چلا فلاں بھی کچھ احمدی فیملی, کچھ البانی فیملی ہوتی ہیں, جی جی, ان کو تبلیغ کرتے ہیں. جی تو وہاں گئے ہم, اتوار کا دن ہے, ہم صبح پہنچے ہیں. تو وہ ہم ڈر رہے ہیں کہ اگر سو رہے ہوں گے, یہ یورپین لوگ ہیں جی جی, کیا, اور پھر ہمیں زبان نہیں آتی. جی جی, تو ہم دروازے کے باہر کھڑے ہیں اور ہم باتیں کر رہے ہیں آپس میں, جی اور کہ کیسے تبلیغ کریں. تو وہ اب ایک عورت اندر سے نکلی ہے, تو وہ ہمیں دیکھ رہی ہے ایسے نا, کہتی ہے ہاں آپ تو وہی لوگ ہیں جنہوں کو ایک بزرگ نے بھیجا ہے میری طرف. اچھا. وہ ایکسائٹیڈ ہو گئی اور ہمیں کھینچ کے اندر لے گئی اور اپنے خاوند کو اٹھایا کہ جس میں نے آپ کو خواب کا ذکر کیا ہے نا کہ ہمارے آج مہمان آنے ہیں. یہ واقعہ میں نے سنا ہوا پہلے, میں نے لکھا تھا. ہاں جی ٹھیک, یہ میں نے سیدنا خلیفۃ المسیح کو لکھا تھا, پھر حضور نے خطبے میں اس کا ذکر بالکل کیا تھا ذکر. تو وہ آ گئی, اس نے کہا ایک سبز گنبد ہے, اس کے پاس وہ بزرگ کھڑے ہیں اور یہ ان کی شکل ہے, اور انہوں نے مجھے کہا کہ میرے 2 بچے آنے ہیں اور انہوں نے سچی باتیں بتانی ہیں. بالکل. اور وہ اتنا ایکسائٹیڈ ہوئی کہ اس نے اپنے جوس جو کچھ بھی ہمارے آگے رکھے پینے کے لیے. جی جی. تو اس نے پورے اپنے خاندان کی بیعت کرائی. پھر ہم فارغ ہوئے تو کہتی ہے آپ نے کہاں جانا ہے. ہم نے کہا آج ہمارا دن جو ہے یہ وقف ہے خدا کی خاطر, ہم نے شام تک یہی کام کرنا ہے, خدا کا پیغام پہنچانا ہے, حضرت مسیح السلام کا پیغام دینا ہے. جی جی. تو وہ کہتی آپ اجازت دیں تو میں آپ کے ساتھ آ جاؤں. اچھا. تو ہم نے کہا ٹھیک ہے آ جائیں. وہ ہمارے پاس گاڑی میں بیٹھ گئی. جی جی. تو ہم جس بھی فیملی کے پاس جاتے اس سے پہلے وہ ان کو بتاتی, اپنی خواب کا ذکر کرتی اور پھر بتاتی کہ یہ وہ لوگ ہیں. اچھا. تو وہ اپنی, چونکہ ان کی زبان تھی وہ, تو وہ فوراً سمجھ جاتے, اور ہمارے پاس کتابیں تھیں ان کی, وہ دیتے. اور اس دن ہماری کوئی 100 بیعتیں ہوئیں ماشاءاللہ. اور اس طرح کر کے ہماری جو بیعتیں تھیں وہ 149 ہو چکی تھیں. مہینہ کا ایک دن رہتا تھا. جی جی. ایک بیعت کی کمی تھی ماشاءاللہ. تو ایک لڑکی تھی, اس کا جو فرینڈ تھا نا وہ احمدی نہیں ہو رہا تھا. اچھا. تو وہ کہتی نہیں میں احمدی ہوں. تو وہ شادی بھی نہیں کر رہی تھی کہ ہم نے احمدی میں کرنی شادی. جی جی. تو اس کے لڑکے نے آخر تانگ آ کے اس کو کہا کہ ٹھیک ہے میں احمدی ہوتا ہوں پر شادی کرو. تو اس نے فون کیا کہ میرا جو دوست ہے یہ کہتا ہے میں نے بیعت کرنی ہے. جی جی. تو آپ آ جائیں. ہم فوراً ہم نے گاڑیاں دوڑائیں, وہاں پہنچے اور اس کے لیے تحفے لے کے گئے تھے. اس طرح خدا تعالیٰ نے ہمارا وہ ٹارگیٹ 150 بیعتوں کا. اچھا, کوئی میسج دینا چاہیں ہمارے ناظرین کو؟ میں اینڈ پہ یہ پوچھنا چاہتا ہوں, اب شادی دوبارہ کی یا نہیں؟ نہیں, اب میری شادی ہو گئی ہے. اچھا چلے ماشاءاللہ, میں نے کہا یہ میں پوچھ لوں آپ سے. اور والدین احمدی ہوئے کہ نہیں؟ والدین تو اب تو فوت ہو گئے ہیں. اچھا. میرے خاندان میں میرا ایک چھوٹا بھائی, اس نے پورے فیملی کے ساتھ بیعت کی تھی. ماشاءاللہ. اچھا, کوئی میسج ہمارے ناظرین کی؟ چند سیکنڈ رہ گئے ہیں, پروگرام کا وقت ختم ہو رہا ہے. تو یہ کہ پورے اخلاص سے جو کچھ ہے جماعت ہے, جماعت کے بغیر ہم کچھ بھی نہیں ہے. جی. خدا تعالیٰ نے میرے اوپر بڑے فضل کیے ماشاءاللہ. تو یہ صرف اور صرف. اچھا, کبھی آپ نے سوچا تھا کہ اس طرح آپ جرمنی آئیں گے اور کہاں کوٹ مومن اور کہاں, ایک چیز ہے سوچنے میں, کیونکہ میں نے نہیں سوچا تھا نا, میں اس لیے پوچھ رہا ہوں. نہیں, بالکل نہیں سوچا. اچھا, تو اللہ تعالیٰ کے بے شمارہ فضل ہے آپ پہ. سبحان اللہ, الحمدللہ, ماشاءاللہ. اچھا, ہمارا چینل آپ دیکھتے ہیں, کوئی اچھے لگ رہے ہیں ہمارے پروگرام؟ جی, ہم دیکھتے ہیں, پروگرام آتے ہیں, ہم بہت اچھے لگتے ہیں. آپ کا جو انداز ہے بالکل ہمارا اپنا لگتا ہے. بہت شکریہ. دلوں میں گھر کرتا ہے. ناظرین, پروگرام کا وقت ختم ہو رہا ہے. بہت ہی پیارے دوست ہیں ہمارے, اور میں ان کا شکریہ اس لیے ادا کرتا ہوں بہت زیادہ کہ کل میں نے رابطہ کیا تو آج انہوں نے ٹائم دے دیا. تو اگر آپ کے پاس بھی اس طرح کے دوست ہیں یا آپ خود ہیں تو ہمارے ساتھ رابطہ قائم کریں. ہم آپ سے بھی انٹرویو لیں گے, ٹیلی فون پہ بھی لے سکتے ہیں. ہمارے پاس کافی نئے نئے طریقے ہیں جناب. آج تک یہ پریشانی آپ نے نہیں لینی, یہ ہم نے لینی ہے, کیوں جی؟ تو ہمارا چینل سبسکرائب کریں اور جڑ جائیں نائن برادرز ٹی وی کے ساتھ. بہت شکریہ سر آپ کا. اللہ حافظ. اللہ حافظ. اللہ حافظ.